ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਵੱਲੋਂ ਮਾਈ ਦੇਸਾਂ ਜਿਨ੍ਹਾਂ ਨੂੰ ਕਈ ਇਤਿਹਾਸਕਾਰਾਂ ਨੇ ਮਾਈ ਸੁਲੱਖਣੀ ਕਰਕੇ ਵੀ ਲਿਖਿਆ ਹੈ। ਭਾਈ ਸੰਤੋਖ ਸਿੰਘ ਜੀ ਨੇ ਇਹਨਾਂ ਦਾ ਪ੍ਰਸੰਗ ਰਮਦਾਸ ਦੀ ਧਰਤੀ 'ਤੇ ਦੱਸਿਆ। ਪਰ ਤਵਾਰੀਖ ਗੁਰ ਖਾਲਸਾ ਅਤੇ ਹੋਰ ਕਈ ਇਤਿਹਾਸਕ ਵਿਦਵਾਨਾਂ ਨੇ ਇਹ ਪ੍ਰਸੰਗ ਅੰਮ੍ਰਿਤਸਰ ਸਾਹਿਬ ਦਾ ਦੱਸਿਆ ਅਤੇ ਮਾਈ ਸੁਲੱਖਣੀ ਦਾ ਪਿੰਡ ਚੱਬਾ ਦੱਸਿਆ ਹੈ। ਕਿਉਂਕਿ ਚੱਬੇ ਪਿੰਡ ਦੇ ਵਿੱਚ ਇਹਨਾਂ ਦੇ ਨਾਮ 'ਤੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਇਸ ਕਰਕੇ ਬਹੁਤੇ ਇਤਿਹਾਸਕਾਰ ਇਸ ਇਤਿਹਾਸ ਨੂੰ ਚੱਬੇ ਦੀ ਰਹਿਣ ਵਾਲੀ ਮਾਈ ਸੁਲੱਖਣੀ ਅਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨਾਲ ਸੰਬੰਧਿਤ ਇਸ ਇਤਿਹਾਸ ਨੂੰ ਦੱਸਦੇ ਨੇ। ਰੋ ਵਿਚਾਰ ਨਗਰ ਕੋਈ ਵੀ ਹੋਵੇ, ਵਿਸ਼ਾ ਇਹ ਹੈ ਕਿ ਜਦੋਂ ਗੁਰੂ ਦੇ ਦਰ 'ਤੇ ਆ ਕੇ ਝੋਲੀ ਅੱਡੀ ਦੀ ਹੈ ਅਤੇ ਗੁਰੂ ਦੇ ਦਰ ਤੋਂ ਦਾਤ ਮਿਲਦੀ ਹੈ, ਬਖਸ਼ਿਸ਼ ਮਿਲਦੀ ਹੈ। ਗੁਰੂ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਮਹਿ ਸ਼੍ਰੀ ਹਰਗੋਬਿੰਦ ਬੈਠੇ ਦਿਪਤ ਸੰਗਤਾਂ ਬ੍ਰਿੰਦ, ਕਿ ਇੱਕ ਦਿਨ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹੁਤ ਸਾਰੀ ਸੰਗਤ ਦੇ ਵਿੱਚ ਸੁਭਾਏਮਾਨ ਸਨ। ਏਕ ਅੰਗਣਾ ਤੇ ਛਿਨ ਆਈ, ਉੱਚੀ ਧੁਨ ਸੋ ਬਿਨੇ ਸੁਣਾਈ। ਉਸ ਵੇਲੇ ਇੱਕ ਇਸਤਰੀ, ਇੱਕ ਔਰਤ ਆਉਂਦੀ ਹੈ, ਉੱਚੀ ਆਵਾਜ਼ ਵਿੱਚ ਕਹਿ ਕੇ ਉਹ ਬੇਨਤੀ ਕਰਦੀ ਹੈ, ਸੁਣੋ ਗੁਰੂ ਹਮ ਬਸਤੇ ਪੱਟੀ, ਦੇਸਾਂ ਨਾਮ ਜਾਤ ਕੀ ਜੱਟੀ। ਹੱਥ ਜੋੜ ਕੇ ਕਹਿਣ ਲੱਗੀ, ਸਤਿਗੁਰੂ ਮੈਂ ਪੱਟੀ ਦੀ ਰਹਿਣ ਵਾਲੀ ਹਾਂ, ਮੇਰਾ ਨਾਮ ਦੇਸਾਂ ਹੈ, ਅਖੌਤੀ ਜਾਤ ਮੇਰੀ ਜੱਟੀ ਹੈ, ਤੇ ਕੁਲ ਸਿੱਧੂ ਮੈਂ ਮੋਕੋ ਵਿਆਹੀ, ਸੁਣ ਜਸ ਬੋ ਆਈ ਤੁਮ ਪਾਹੀ। ਤੇ ਹੇ ਸਤਿਗੁਰੂ, ਸਿੱਧੂ ਖਾਨਦਾਨ ਦੇ ਵਿੱਚ ਮੇਰਾ ਵਿਆਹ ਹੋਇਆ। ਆਪ ਜੀ ਦੀ ਮਹਿਮਾ ਸੁਣ ਕੇ ਮੈਂ ਆਪ ਜੀ ਦੇ ਚਰਨਾਂ ਵਿੱਚ ਆਈ ਹਾਂ। ਆਸਾ ਵੰਤਨ ਕੀ ਨਿਤ ਆਸਾ, ਪੁਰਵਤਹੁ ਰਾਵਰ ਪਰਵਾਸਾ। ਹੇ ਗਰੀਬ ਨਿਵਾਜ ਸਤਿਗੁਰੂ, ਮੈਂ ਸੁਣਿਆ ਕਿ ਜੋ ਵੀ ਤੁਹਾਡੇ 'ਤੇ ਭਰੋਸਾ ਕਰਦਾ ਹੈ ਅਤੇ ਮਨ ਵਿੱਚ ਜਿਹੜੀ ਵੀ ਇੱਛਾ ਲੈ ਕੇ ਤੁਹਾਡੇ ਚਰਨਾਂ ਵਿੱਚ ਆਉਂਦਾ ਹੈ, ਤੁਸੀਂ ਹਮੇਸ਼ਾ ਉਹਦੀ ਇੱਛਾ ਪੂਰੀ ਕਰਦੇ ਹੋ। ਪੁੱਤਰ ਨਹੀਂ ਉਪਜਤ ਹੈ ਮੇਰੇ, ਹਾਰੀ ਕਰੇ ਉਪਚਾਰ ਕਨੇਰੇ। ਹੇ ਗਰੀਬ ਨਿਵਾਜ ਸਤਿਗੁਰੂ, ਮੇਰੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ। ਮੈਂ ਕਈ ਯਤਨ ਕੀਤੇ, ਕਈ ਉਪਚਾਰ ਕੀਤੇ, ਕਈ ਜੋਤਸ਼ੀਆਂ ਪੰਡਤਾਂ ਨੂੰ, ਸਿਆਣਿਆਂ ਮਲਾਣਿਆਂ ਦੇ ਕੋਲ ਵੀ ਗਈ, ਕਈ ਯਤਨ ਕੀਤੇ ਨੇ ਕਿ ਮੈਨੂੰ ਪੁੱਤਰ ਦੀ ਦਾਤ ਮਿਲੇ। ਮੈਂ ਹਾਰ ਕੇ ਥੱਕ ਕੇ ਆਪ ਜੀ ਦੀ ਸ਼ਰਨ ਵਿੱਚ ਆਈ ਹਾਂ, ਅਤੇ ਅਬ ਸਮੀਪ ਤੁਮਰੇ ਚਲ ਆਈ, ਦਿਓ ਸੁਤ ਮੋਕੋ ਲਖ ਸ਼ਰਨ ਆਈ। ਹੇ ਗਰੀਬ ਨਿਵਾਜ ਸਤਿਗੁਰੂ, ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆਈ ਹਾਂ। ਆਪਣੀ ਸ਼ਰਨ ਵਿੱਚ ਆਈ ਜਾਣ ਕੇ ਕਿਰਪਾ ਕਰਕੇ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ। ਸ਼੍ਰੀ ਹਰਗੋਬਿੰਦ ਸੁਣਤ ਉਚਾਰਾ, ਲਿਖਿਓ ਨਹੀਂ ਸੁਤ ਤੋਹੇ ਲਿਲਾਰਾ। ਲਿਲਾਰ ਕਹਿੰਦੇ ਨੇ ਮੱਥੇ ਨੂੰ। ਗਰੀਬ ਨਿਵਾਜ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਮਾਂ, ਅਸਲ ਵਿੱਚ ਤੇਰੇ ਮਸਤਕ 'ਤੇ ਪੁੱਤਰ ਨਹੀਂ ਲਿਖਿਆ, ਭਾਵ ਤੇਰੇ ਭਾਗਾਂ ਵਿੱਚ, ਤੇਰੇ ਕਰਮਾਂ ਵਿੱਚ ਪੁੱਤਰ ਨਹੀਂ ਹੈ। ਸੁਣਤ ਉਦਾਸ ਭਈ ਸਹਿ ਚਿੰਤਾ, ਲਖਿਓ ਭਾਗ ਮਮ ਨੈ ਸੁਤਵੰਤਾ। ਜਦੋਂ ਗੁਰੂ ਸਾਹਿਬ ਨੇ ਇਹ ਜਵਾਬ ਦਿੱਤਾ, ਉਹ ਜਿਹੜੀ ਮਾਈ ਦੇਸਾਂ ਹੈ, ਕਹਿੰਦੇ ਨੇ ਬੜੀ ਫਿਕਰਮੰਦ ਹੋਈ, ਬੜੀ ਉਦਾਸ ਹੋਈ, ਬੜੀ ਚਿੰਤਾ ਉਹਨੇ ਮਨ ਵਿੱਚ ਧਾਰਨ ਕੀਤੀ ਹੈ, ਅਤੇ ਮਨ ਵਿੱਚ ਇਹ ਗੱਲ ਸੋਚ ਰਹੀ ਹੈ ਕਿ ਪੁੱਤਰਵੰਤੀ ਹੋਣਾ ਮੇਰੇ ਭਾਗਾਂ ਵਿੱਚ ਨਹੀਂ ਹੈ, ਕਿਉਂ ਜੋ ਮੈਨੂੰ ਸਤਿਗੁਰੂ ਜੀ ਨੇ ਜਵਾਬ ਦੇ ਦਿੱਤਾ। ਜਿਸ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾ ਕੀ ਸ਼ਰਣੀ ਪਾਈਏ, ਕਿ ਸਤਿਗੁਰੂ ਸਾਰੇ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ। ਸਤਿਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ। ਅਤੇ ਮਾਫ਼ ਕਰਿਓ, ਜਿਹੜਾ ਗੁਰੂ ਦੇ ਦਰ ਤੋਂ ਖਾਲੀ ਰਹਿ ਜਾਂਦਾ ਹੈ, ਉਹਦੀ ਕਿਸੇ ਵੀ ਦਰ ਤੋਂ ਝੋਲੀ ਨਹੀਂ ਭਰ ਸਕਦੀ। ਪਰ ਬੇਨਤੀ ਕਰਾਂ, ਗੁਰੂ ਦਾ ਦਰ ਇੱਕ ਐਸਾ ਦਰ ਹੈ ਜਿੱਥੇ ਭਾਵਨਾ ਬਣਨ ਦੇ ਵਿੱਚ ਸਮਾਂ ਲੱਗ ਜਾਂਦਾ ਹੈ, ਗੁਰੂ ਦੀ ਬਖਸ਼ਿਸ਼ ਹੋਣ ਦੇ ਵਿੱਚ ਸਮਾਂ ਨਹੀਂ ਲੱਗਦਾ। ਜਦੋਂ ਮਨ ਚਿੱਤ ਇਕਾਗਰ ਹੋ ਕੇ ਕੋਈ ਮਨੋਂ
ਪੂਰਨ ਭਾਵਨਾ, ਪੂਰਨ ਭਰੋਸੇ ਵਿੱਚ ਆ ਕੇ ਗੁਰੂ ਦੇ ਚਰਨਾਂ 'ਤੇ ਅਰਦਾਸ ਕਰਦਾ ਤੇ ਸਤਿਗੁਰੂ ਜ਼ਰੂਰ ਪ੍ਰਵਾਨ ਕਰ ਲੈਂਦੇ। ਰੋ ਵਿਚਾਰ ਮਾਈ ਦੇਸਾਂ ਉਦਾਸ ਹੋ ਗਈ, ਔਰ ਬਹੁਤ ਬਿਸੂਰਤ ਕਿਸ ਥਲ ਬੈਸੀ, ਦਿਖੀ ਚਲਤ ਗੁਰਦਾਸਹਿ ਤੈਸੀ। ਬਹੁਤ ਉਦਾਸ ਹੋ ਕੇ ਇੱਕ ਥਾਂ 'ਤੇ ਬਾਹਰ ਬੈਠੀ ਹੋਈ ਹੈ, ਉਦਾਸੀ ਦੇ ਵਿੱਚ ਹੈ, ਚਿਹਰੇ 'ਤੇ ਚਿੰਤਾ ਹੈ, ਨੇਤਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਮਨ ਵਿੱਚ ਬੜੀ ਉਦਾਸ। ਭਾਈ ਗੁਰਦਾਸ ਗੁਰੂ ਘਰ ਦੇ ਮਹਾਨ ਵਿਦਵਾਨ ਵੇਦ ਵਿਆਸ ਭਾਈ ਗੁਰਦਾਸ ਜੀ ਨੂੰ ਨਜ਼ਰ ਪੈ ਗਈ। ਭਾਈ ਗੁਰਦਾਸ ਜੀ ਨੇ ਵੇਖ ਲਿਆ, ਦੁਖੀ ਜਾਣ ਬੁੱਝੀ ਕਿਆ ਭਇਓ, ਕਿਉਂ ਸੰਚਿਤ ਮਨ ਆਪਣੋ ਕੀਓ। ਭਾਈ ਗੁਰਦਾਸ ਜੀ ਉਸ ਮਾਈ ਨੂੰ ਦੁਖੀ ਵੇਖ ਕੇ ਪੁੱਛਦੇ ਨੇ, ਮਾਈ ਇਹ ਤਾਂ ਗੁਰੂ ਨਾਨਕ ਦਾ ਘਰ ਹੈ, ਇਸ ਦਰ ਤੋਂ ਤੇ ਕਦੇ ਕੋਈ ਨਿਰਾਸ਼ ਨਹੀਂ ਮੁੜਦਾ, ਇਸ ਦਰ ਤੋਂ ਤੇ ਹਰ ਇੱਕ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਹੈ, ਤੇ ਮੈਨੂੰ ਦੱਸ ਕੀ ਗੱਲ ਹੈ, ਕਿਸ ਗੱਲ ਦੀ ਤੇਰੇ ਮਨ ਵਿੱਚ ਚਿੰਤਾ, ਤੂੰ ਉਦਾਸ ਨਿਰਾਸ਼ ਕਿਉਂ ਹੈ, ਤੇਰੀਆਂ ਅੱਖਾਂ ਵਿੱਚ ਪਾਣੀ ਕਿਉਂ ਹੈ। ਗੁਰੂ ਘਰ ਦੇ ਵਿੱਚੋਂ ਤੇ ਹਰ ਕੋਈ ਰੋਂਦਾ ਵੀ ਆਵੇ ਤੇ ਹੱਸਦਾ ਜਾਂਦਾ ਹੈ, ਤੇ ਤੂੰ ਗੁਰੂ ਘਰ ਦੇ ਵਿੱਚੋਂ ਉਦਾਸ ਆਈ ਹੈ, ਕਾਰਨ ਕੀ ਹੈ। ਤੇਨੇ ਸਗਰੀ ਕਥਾ ਸੁਣਾਈ, ਸੁਤ ਹਿਤ ਮਮ ਸਤਿਗੁਰ ਢਿਗੇ ਆਈ। ਉਸ ਔਰਤ ਨੇ, ਉਸ ਮਾਈ ਨੇ ਸਾਰੀ ਕਹਾਣੀ, ਸਾਰੀ ਗੱਲ ਜਿਹੜੀ ਸੀ ਭਾਈ ਗੁਰਦਾਸ ਜੀ ਨੂੰ ਦੱਸੀ। ਕਹਿਣ ਲੱਗੀ, ਭਾਈ ਸਾਹਿਬ ਜੀ, ਅਸਲ ਵਿੱਚ ਮੈਂ ਪੁੱਤਰ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਆਈ ਸੀ, ਬਿਨੈ ਕਰਨ ਆਈ ਸੀ ਕਿ ਸਤਿਗੁਰੂ ਦਇਆ ਕਰਨ ਤੇ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇਣ। ਤੇ ਮੁਸਕਾਵਤ ਮੁਖ ਤੇ ਫੁਰਮਾਇਓ, ਲਿਖਿਓ ਨਾ ਤਬ ਮਸਤਕ ਦ੍ਰਿਸ਼ਟਾਇਓ। ਤੇ ਇਹ ਭਾਈ ਗੁਰਦਾਸ ਜੀ ਗਰੀਬ ਨਿਵਾਜ ਸਤਿਗੁਰੂ ਨੇ ਮੁਸਕਰਾਉਂਦਿਆਂ ਹੋਇਆਂ ਆਪਣੇ ਪਾਵਨ ਮੁਖ ਤੋਂ ਇਹ ਬਚਨ ਕਹਿ ਦਿੱਤੇ ਨੇ, ਮਾਈ ਤੇਰੇ ਕਰਮਾਂ ਦੇ ਵਿੱਚ ਤੇਰੇ ਮਸਤਕ ਦੇ ਉੱਪਰ ਪੁੱਤਰ ਵਾਲਾ ਲੇਖ ਕੋਈ ਨਹੀਂ ਲਿਖਿਆ, ਇਸ ਕਰਕੇ ਤੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਦੀਨ ਬਾਤ ਸੁਣ ਕੇ ਤਬ ਭਈ, ਪੁੱਤਰ ਲੈਨ ਕੀ ਸੀਖ ਸਿਖਾਈ। ਭਾਈ ਗੁਰਦਾਸ ਜੀ ਜਦੋਂ ਉਹਨਾਂ ਵੇਖਿਆ ਨਾ ਕਿ ਮਾਈ ਬਹੁਤ ਦਿਲਗੀਰ ਹੈ, ਬਹੁਤ ਦੁਖੀ ਹੈ, ਬੜੀ ਉਦਾਸ ਹੈ, ਤੇ ਭਾਈ ਗੁਰਦਾਸ ਜੀ ਨੇ ਜੁਗਤੀ ਦੱਸੀ। ਅਸਲ ਵਿੱਚ ਜਿਹੜੇ ਪੂਰਨ ਗੁਰਮੁਖ ਨੇ ਨਾ, ਸਾਧ ਸੰਗਤ, ਗੁਰੂ ਕੋਲੋਂ ਦਾਤ ਮੰਗਣ ਦੀ ਜੁਗਤ ਉਹਨਾਂ ਦੇ ਕੋਲ ਹੁੰਦੀ ਹੈ। ਗੁਰੂ ਨੂੰ ਕਿਵੇਂ ਰਿਝਾਉਣਾ ਹੈ, ਕਿਵੇਂ ਖੁਸ਼ ਕਰਨਾ ਹੈ, ਕਿਵੇਂ ਪ੍ਰਸੰਨ ਕਰਨਾ ਹੈ, ਇਹ ਉਹਨਾਂ ਕੋਲੋਂ ਸਿੱਖਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਨੂੰ ਰਿਝਾ ਲਿਆ। ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖ ਜਿਨ੍ਹਾਂ ਨੂੰ ਕਹਿ ਦਿੰਦੇ ਹੈ, ਭਾਵੇਂ ਕਿ ਦੁਨੀਆ ਦੇ ਵਿੱਚ ਇੱਦਾਂ ਦੇ ਬਹੁਤ ਘੱਟ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਮਹਾਂਪੁਰਖ ਦਾ, ਸੰਤ ਦਾ, ਪੂਰਨ ਗੁਰਸਿੱਖ ਦਾ ਦਰਜਾ ਦਿੰਦੇ ਨੇ, ਪਰ ਹੈਨ ਜ਼ਰੂਰ ਉਹਨਾਂ ਦੇ ਕੋਲ ਜੁਗਤ ਹੁੰਦੀ ਹੈ। ਮੰਗਣ ਦਾ ਢੰਗ, ਮੰਗਣ ਦਾ ਤਰੀਕਾ ਵੀ ਮਾਫ ਕਰਿਓ ਇੱਕ ਕਲਾ ਹੈ। ਕਹਿੰਦੇ ਇੱਕ ਮਾਈ ਸੀ, ਅੱਖਾਂ ਤੋਂ ਅੰਨੀ, ਘਰ ਦੇ ਵਿੱਚ ਗਰੀਬੀ ਬਹੁਤ ਹੈ, ਪੁੱਤਰ ਔਲਾਦ ਕੋਈ ਨਹੀਂ, ਤੇ ਇੱਕ ਦਿਨ ਭਗਵਾਨ ਉਹਦੇ 'ਤੇ ਤਰਸ ਕੀਤਾ, ਦਇਆ ਕੀਤੀ, ਉਹਦੇ ਸਾਹਮਣੇ ਉਹਦੇ ਕੋਲ ਪ੍ਰਗਟ ਹੋਏ ਨੇ। ਮੰਗਣ ਦੀ ਵੀ ਇੱਕ ਕਲਾ ਹੈ ਸਾਧ ਸੰਗਤ। ਉਸ ਮਾਈ ਨੂੰ ਉਸ ਭਗਵਾਨ ਨੇ ਪ੍ਰਗਟ ਹੋ ਕੇ ਉਹਦੇ ਕੰਨਾਂ ਵਿੱਚ ਇੱਕ ਗੱਲ ਆਖੀ ਕਿ ਹੇ ਮਾਈ, ਇੱਕ ਦਾਤ ਤੂੰ ਮੇਰੇ ਕੋਲੋਂ ਮੰਗ ਸਕਦੀ ਹੈ, ਤੇ ਜੋ ਤੂੰ ਮੰਗੇਗੀ ਤੇਰੀ ਝੋਲੀ ਵਿੱਚ ਪਾ ਦਿਆਂਗਾ। ਚੀਜ਼ਾਂ ਤਿੰਨ ਨੇ, ਜਾਂ ਤੂੰ ਔਲਾਦ ਮੰਗ ਸਕਦੀ ਹੈ, ਜਾਂ ਧਨ ਦੌਲਤ ਮੰਗ ਸਕਦੀ ਹੈ, ਤੇ ਜਾਂ ਆਪਣੇ ਨੇਤਰਾਂ ਦੀ ਰੋਸ਼ਨੀ, ਅੱਖਾਂ ਦੀ ਰੋਸ਼ਨੀ ਮੰਗ ਸਕਦੀ ਹੈ। ਤਿੰਨਾਂ ਚੀਜ਼ਾਂ 'ਚੋਂ ਇੱਕ ਹੀ ਦਾਤ ਤੇਰੀ ਝੋਲੀ ਵਿੱਚ ਪਾਵਾਂਗਾ। ਜਾਂ ਧਨ ਮੰਗ ਲੈ, ਜਾਂ ਔਲਾਦ ਮੰਗ ਲੈ, ਤੇ ਜਾਂ ਨੇਤਰਾਂ ਦੀ ਰੋਸ਼ਨੀ ਮੰਗ ਲੈ। ਉਸ ਮਾਈ ਨੇ, ਸਾਧ ਸੰਗਤ, ਬੜੇ ਤਰੀਕੇ ਦੇ ਨਾਲ ਭਗਵਾਨ ਕੋਲੋਂ ਸਾਰੀਆਂ ਚੀਜ਼ਾਂ ਮੰਗ ਲਈਆਂ। ਕਿਵੇਂ? ਉਸ ਮਾਈ ਨੇ ਆਖਿਆ, ਕਹਿੰਦੀ ਇੱਕ ਹੀ ਦਾਤ ਦਿਓਗੇ? ਕਹਿੰਦਾ ਇੱਕ ਹੀ ਦਾਤ ਮਿਲੇਗੀ। ਕਹਿੰਦੀ ਹੇ ਭਗਵਾਨ, ਜੇ ਇੱਕ ਹੀ ਦਾਤ ਦੇਣੀ ਹੈ ਤੇ ਫਿਰ ਕਿਰਪਾ ਕਰੋ, ਮੇਰੇ 'ਤੇ ਦਇਆ ਕਰੋ। ਮੇਰੇ ਮਨ ਦੀ ਇਹ ਇੱਛਾ ਹੈ ਕਿ ਮੈਂ ਆਪਣੇ ਪੋਤਰਿਆਂ ਨੂੰ ਸੋਨੇ ਚਾਂਦੀ ਦੇ ਬਰਤਨਾਂ ਨਾਲ ਖੇਡਦੀ ਵੇਖਾਂ। ਹੁਣ ਸਾਧ ਸੰਗਤ ਕਹਿਣ ਨੂੰ ਤੇ ਦਾਤ ਇੱਕ ਹੀ ਹੈ, ਪਰ ਮਾਫ ਕਰਿਓ, ਇਸ ਇੱਕ ਦਾਤ ਦੇ ਵਿੱਚ ਉਹਨੇ ਸਭ ਕੁਝ ਹੀ ਮੰਗ ਲਿਆ। ਕਹਿੰਦੀ ਹੈ, ਆਪਣੀਆਂ ਅੱਖਾਂ ਦੇ ਨਾਲ ਆਪਣੇ ਪੋਤਰੇ ਦੋਤਰਿਆਂ ਨੂੰ
ਚਾਂਦੀ ਸੋਨੇ ਚਾਂਦੀ ਦੇ ਬਰਤਨਾਂ ਨਾਲ ਖੇਡਦੇ ਵੇਖਾਂ ਤੇ ਭਗਵਾਨ ਵੀ ਹੈਰਾਨ ਹੋ ਕੇ ਉਸ ਮਾਈ ਦੇ ਸਾਹਮਣੇ ਝੁਕ ਕੇ ਕਹਿੰਦਾ, ਮਾਈ ਤੈਨੂੰ ਸਭ ਕੁਝ ਦਿੱਤਾ। ਉਸ ਮਾਂ ਨੇ ਕੀ ਮੰਗਿਆ? ਉਹਨੂੰ 3 ਗੱਲਾਂ ਆਖੀਆਂ, ਜਾਂ ਦੌਲਤ ਮੰਗ, ਜਾਂ ਪੁੱਤਰ ਮੰਗ, ਜਾਂ ਅੱਖਾਂ ਦੀ ਰੋਸ਼ਨੀ। ਉਸ ਮਾਂ ਨੇ ਆਖਿਆ, ਅੱਖਾਂ ਦੇ ਨਾਲ ਪੋਤਰੇ ਖੇਡਦੇ ਵੇਖਾਂ। ਕਾਹਦੇ ਨਾਲ? ਸੋਨੇ ਚਾਂਦੀ ਦੇ ਬਰਤਨਾਂ ਦੇ ਨਾਲ। ਤੇ ਮਾਫ ਕਰਿਓ, ਸੋਨੇ ਚਾਂਦੀ ਦੇ ਬਰਤਨ ਉਹਦੇ ਘਰ ਹੋਣਗੇ ਜਿਹਦੇ ਘਰ ਧਨ ਦੌਲਤ ਹੋਏਗਾ। ਧਨ ਦੌਲਤ ਮੰਗ ਲਿਆ, ਸੋਨੇ ਚਾਂਦੀ ਦੇ ਬਰਤਨ ਨਾਲ ਪੋਤਰੇ ਪੋਤਰੀਆਂ ਤਾਂ ਖੇਡਣਗੇ ਜੇ ਪੁੱਤਰ ਹੋਏਗਾ, ਔਲਾਦ ਹੋਏਗੀ। ਔਲਾਦ ਵੀ ਮੰਗ ਲਈ, ਵੇਖੇਗੀ ਤਾਂ ਜੇ ਅੱਖਾਂ ਦੀ ਰੋਸ਼ਨੀ ਹੋਏਗੀ, ਰੋਸ਼ਨੀ ਵੀ ਮੰਗ ਲਈ। ਮੰਗਣਾ ਇੱਕ ਕਲਾ ਹੈ, ਇੱਕ ਜੁਗਤ ਚਾਹੀਦੀ ਹੈ ਮੰਗਣ ਵਾਸਤੇ। ਜੇ ਮੰਗਣ ਦਾ ਤਰੀਕਾ ਆ ਜਾਏ ਤਾਂ ਮਾਫ ਕਰਿਓ, ਬੰਦਾ ਰੱਬ ਨੂੰ ਪ੍ਰਾਪਤ ਕਰ ਸਕਦਾ ਹੈ। ਉਸ ਮਾਈ ਨੇ ਇੱਕ ਦਾਤ ਦੇ ਵਿੱਚ ਸਾਰਾ ਕੁਝ ਹੀ ਮੰਗ ਲਿਆ। ਰੋ ਵਿਚਾਰ ਭਾਈ ਗੁਰਦਾਸ ਜੀ ਕਹਿਣ ਲੱਗੇ, ਮਾਂ ਮੈਂ ਤੈਨੂੰ ਜੁਗਤ ਦੱਸ ਦਿੰਦਾ। ਦਇਆ ਦੇ ਘਰ ਵਿੱਚ ਆ ਕੇ ਭਾਈ ਗੁਰਦਾਸ ਜੀ ਨੇ ਪੁੱਤਰ ਲੈਣ ਦੇ ਵਾਸਤੇ ਮਾਈ ਨੂੰ ਇੱਕ ਜੁਗਤ ਸਿਖਾ ਦਿੱਤੀ। ਕਹਿੰਦੇ, ਅਬ ਕੇ ਜਾਹੋ ਧਾਰ ਸੁਤ ਆਸ, ਲੇਹੁ ਕਲਮ ਰੁਸ਼ਨਾਈ ਪਾਸ। ਰੁਸ਼ਨਾਈ ਕਹਿੰਦੇ ਨੇ ਸਿਆਹੀ ਨੂੰ। ਪਿੱਛੇ ਲੋਕ ਆਪਾਂ ਨੂੰ ਪਤਾ ਹੈ ਕਿ ਕਾਲੀ ਸਿਆਹੀ ਦਵਾਤਾਂ ਵਿੱਚ ਪਾ ਕੇ ਰੱਖਦੇ ਸੀ, ਕਾਨੇ ਦੀਆਂ ਲੱਕੜ ਦੀਆਂ ਕਲਮਾਂ ਦੇ ਨਾਲ ਲਿਖਿਆ ਕਰਦੇ ਸੀ। ਭਾਈ ਗੁਰਦਾਸ ਜੀ ਕਹਿੰਦੇ, ਮਾਂ ਜਦੋਂ ਤੂੰ ਦੁਬਾਰਾ ਸਤਿਗੁਰੂ ਦੇ ਚਰਨਾਂ ਵਿੱਚ ਹੁਣ ਜਾਏਗੀ ਨਾ, ਤੇ ਤੁਸੀਂ ਕਲਮ ਤੇ ਸਿਆਹੀ ਨਾਲ ਲੈ ਕੇ ਜਾਇਓ। ਮਨ ਵਿੱਚ ਪੁੱਤਰ ਦੀ ਆਸ ਲੈ ਕੇ, ਇੱਛਾ ਲੈ ਕੇ ਗੁਰੂ ਦੇ ਦਰ ਤੇ ਜਾਓ, ਤੇ ਕਲਮ ਤੇ ਦਵਾਤ ਸਿਆਹੀ ਨਾਲ ਲੈ ਕੇ ਜਾਇਓ। ਤੇ ਜਬ ਗੁਰ ਕਹੈ ਲਿਖਿਓ ਨਹਿ ਤੇਰੈ, ਤਬ ਇਮ ਕਹੋ ਕਰ ਕਲਮ ਅਗੇਰੈ। ਹੁਣ ਜੁਗਤ ਦੱਸੀ ਭਾਈ ਗੁਰਦਾਸ ਜੀ ਨੇ। ਕਹਿਣ ਲੱਗੇ, ਮਾਂ ਜਦੋਂ ਸਤਿਗੁਰੂ ਜੀ ਦੇ ਅੱਗੇ ਪੁੱਤਰ ਦੀ ਪ੍ਰਾਪਤੀ ਲਈ ਅਰਦਾਸ ਕਰੇ, ਤੇ ਸਤਿਗੁਰੂ ਤੈਨੂੰ ਕਹਿਣ ਤੇਰੇ ਭਾਗਾਂ ਵਿੱਚ, ਤੇਰੇ ਮੱਥੇ ਤੇ ਲੇਖ ਨਹੀਂ ਪੁੱਤਰ ਵਾਲੇ, ਤੇ ਗਰੀਬ ਨਿਵਾਜ ਸਤਿਗੁਰੂ ਦੇ ਅੱਗੇ ਆ ਕਲਮ ਕਰ ਦੇਈ, ਆ ਸਿਆਹੀ ਕਰ ਦੇਈ, ਤੇ ਇੱਕ ਬੇਨਤੀ ਕਰੀ, ਸਤਿਗੁਰੂ ਲਿਖਣ ਹਾਰ ਇਹ ਤੇ ਉਤ ਤੁਮ ਸਾਰੇ, ਤੈ ਨ ਲਿਖਿਓ ਜੇ ਭਾਗ ਹਮਾਰੇ। ਤੇ ਗੁਰੂ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰੀ, ਹੇ ਗਰੀਬ ਨਿਵਾਜ ਸਤਿਗੁਰੂ, ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਸਾਰੇ ਪਾਸੇ ਲੇਖ ਲਿਖਣ ਵਾਲੇ ਤੁਸੀਂ ਹੋ। ਜੇ ਮੇਰੀ ਕਿਸਮਤ ਦੇ ਵਿੱਚ ਉੱਥੇ ਰੱਬੀ ਦਰਗਾਹ ਵਿੱਚ ਲੇਖ ਨਹੀਂ ਲਿਖੇ, ਤੇ ਕਿਰਪਾ ਕਰੋ ਤਬ ਅਬ ਲਿਖ ਦੀਜੈ, ਸ਼ਰਨਾਗਤ ਲਖ ਆਸ ਪੁਰੀਜੈ। ਤੇ ਹੇ ਕਿਰਪਾ ਦੇ ਖਜ਼ਾਨੇ ਸਤਿਗੁਰੂ, ਕਿਰਪਾ ਕਰਕੇ ਹੁਣ ਮੇਰੇ ਮੱਥੇ ਤੇ ਪੁੱਤਰ ਵਾਲੇ ਲੇਖ ਲਿਖ ਦਿਓ। ਆਪ ਜੀ ਦੀ ਸ਼ਰਨ ਵਿੱਚ ਆਈ, ਕਿਰਪਾ ਕਰਕੇ ਮੇਰੀ ਇੱਛਾ ਪੂਰੀ ਕਰ ਦਿਓ। ਸੁਣ ਤ੍ਰੈ ਹਿਤ ਕੀ ਸਿੱਖਿਆ ਧਰੀ, ਅਗਲੇ ਦਿਵਸ ਤਥਾ ਬਿਦ ਕਰੀ। ਉਸ ਮਾਈ ਨੇ ਭਾਈ ਗੁਰਦਾਸ ਜੀ ਦੀ ਸਿੱਖਿਆ ਨੂੰ ਸੁਣ ਲਿਆ ਤੇ ਮਨ ਵਿੱਚ ਵਸਾ ਲਿਆ, ਉਸ ਜੁਗਤੀ ਨੂੰ ਸਮਝ ਲਿਆ ਭਾਈ ਗੁਰਦਾਸ ਜੀ ਨੇ ਜਿਵੇਂ ਸਮਝਾਇਆ ਸੀ। ਅਗਲਾ ਦਿਨ ਚੜ੍ਹ ਗਿਆ। ਉਹ ਮਾਈ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਦੀ ਸਿੱਖਿਆ ਅਨੁਸਾਰ ਸਿਆਹੀ ਤੇ ਕਲਮ ਲੈ ਕੇ ਘਰੋਂ ਨਿਕਲੀ ਹੈ। ਬੀਤੀ ਨਿਸ ਪ੍ਰਭਾਤ ਹੋਏ ਆਈ, ਹਿਤ ਅਖੇਰ ਤਿਆਰੀ ਕਰਵਾਈ। ਰਾਤ ਬੀਤ ਚੁੱਕੀ ਸੀ, ਸਵੇਰ ਦਾ ਸਮਾਂ ਹੋਇਆ। ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਵਿਹਲੇ ਹੋ ਕੇ ਗਰੀਬ ਨਿਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਦੀ ਤਿਆਰੀ ਕਰਦੇ ਨੇ। ਬਸਤਰ ਸ਼ਸਤਰ ਸਤਿਗੁਰ ਸਭ ਧਾਰੇ, ਹੈ ਸਜੀਨ ਕੇ ਲੀਨ ਹਕਾਰੇ। ਸਤਿਗੁਰੂ ਜੀ ਨੇ ਆਪਣੇ ਪਾਵਨ ਤਨ ਦੇ ਉੱਪਰ ਵਸਤਰ ਸ਼ਸਤਰ ਧਾਰਨ ਕਰ ਲਏ ਨੇ, ਘੋੜਿਆਂ ਤੇ ਕਾਠੀਆਂ ਪਾ ਲਈਆਂ, ਘੋੜੇ ਮਗਾ ਲਏ ਨੇ। ਚੜ੍ਹੇ ਸੁਭਟ ਸ਼ੁਭ ਆਯੁਧ ਧਾਰੀ, ਬਾਜ ਕੁਹੀ ਸ਼ਵਾਨਣ ਹਰ ਤਿਆਰੀ। ਗਰੀਬ ਨਿਵਾਜ ਸਤਿਗੁਰੂ ਸ਼ਿਕਾਰ ਖੇਡਣ ਤੁਰੇ ਨੇ। ਬਾਜ ਕੁਹੀ ਵੀ ਇੱਕ ਬਾਜ ਵਰਗਾ ਪੰਛੀ ਹੈ ਜਿਹੜਾ ਸ਼ਿਕਾਰ ਕਰਦਾ। ਕੁੱਤੇ ਤੇ ਸਤਿਗੁਰੂ ਜੀ ਨੇ ਹੋਰ ਸ੍ਰੇਸ਼ਟ ਸੂਰਮੇ ਜਿਹੜੇ ਸ਼ਿਕਾਰ ਕਰਨ ਵਾਲੇ, ਉਹਨਾਂ ਨੂੰ ਨਾਲ ਲਿਆ ਤੇ ਸ਼ਿਕਾਰ ਖੇਡਣ ਚੱਲ ਪਏ ਨੇ। ਹੈ ਅਰੂੜ ਸ਼੍ਰੀ ਹਰਗੋਬਿੰਦ, ਚਲੇ ਪਿਸ਼ਾਰੀ ਜੋਧਾ ਬ੍ਰਿੰਦ। ਗਰੀਬ ਨਿਵਾਜ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਘੋੜੇ 'ਤੇ ਸਵਾਰ ਨੇ। ਬਹੁਤ ਸਾਰੇ ਸੂਰਮੇ ਸਤਿਗੁਰੂ ਜੀ ਦੇ ਪਿੱਛੇ ਚੱਲ ਰਹੇ ਨੇ। ਸਣੇ ਸਣੇ ਤਬ ਪ੍ਰੇਤ ਤੁਰੰਗ, ਨਿਕਸਣ ਲੱਗੇ ਗ੍ਰਾਮ ਭੱਟ ਸੰਗ। ਉਸ ਵੇਲੇ ਫਿਰ ਸਤਿਗੁਰੂ ਜੀ ਘੋੜੇ ਨੂੰ ਪ੍ਰੇਰ ਕੇ ਸੂਰਮਿਆਂ ਦੇ ਨਾਲ ਹੌਲੀ ਹੌਲੀ ਪਿੰਡੋਂ ਬਾਹਰ ਨਿਕਲਦੇ ਨੇ। ਜਦੋਂ ਬਾਹਰ ਨਿਕਲੇ, ਸੋ ਤਰੇ ਤਬ ਪਹੁੰਚੀ ਉਤਲਾਵਤ, ਆਗੇ ਭਈ ਪ੍ਰਭੂ ਜਿਤ ਜਾਵਤ। ਉਹ ਔਰਤ, ਉਹ ਮਾਈ ਦੇਸਾਂ
ਜਿਹੜੀ ਪੁੱਤਰ ਦੀ ਪ੍ਰਾਪਤੀ ਵਾਸਤੇ ਗੁਰੂ ਚਰਨਾਂ ਵਿੱਚ ਰਜੋਈ ਕਰਨ ਘਰੋਂ ਤੁਰੀ ਸੀ, ਉਹ ਵੀ ਉੱਥੇ ਕੁ ਪਹੁੰਚੀ ਹੈ ਜਿੱਥੇ ਕੋ ਸਤਿਗੁਰੂ ਜੀ ਪਹੁੰਚ ਗਏ, ਅੱਗੋਂ ਮਿਲ ਪਈ ਹੈ। ਇੱਧਰ ਉੱਧਰ ਫਿਰਦਿਆਂ ਤੁਰਦਿਆਂ ਉਹਨੂੰ ਸਤਿਗੁਰੂ ਜੀ ਮਿਲ ਗਏ ਨੇ, ਅਤੇ ਜਿੱਥੇ ਕੋ ਸਤਿਗੁਰੂ ਜੀ ਉਹਨੂੰ ਨਜ਼ਰ ਪਏ, ਗੁਰੂ ਸਾਹਿਬ ਜੀ ਦੇ ਘੋੜੇ ਨੂੰ ਰੋਕ ਲਿਆ ਉਹਨੇ, ਅੱਗੇ ਖਲੋ ਗਈ, ਹੱਥ ਜੋੜ ਕੇ ਕਹਿਣ ਲੱਗੀ, ਗੁਰੂ ਗਰੀਬ ਨਿਮਾਜ ਕਿਰਪਾਲਾ ਉਰ ਵੋਸਤ ਕੀ ਆਸ ਵਿਸਾਲਾ। ਹੱਥ ਜੋੜ ਕੇ ਕਹਿੰਦੀ ਹੈ, ਗਰੀਬ ਨਿਮਾਜ ਸਤਿਗੁਰੂ, ਹੇ ਦਇਆਲੂ ਕਿਰਪਾਲੂ ਸਤਿਗੁਰੂ ਜੀ, ਆਪ ਜੀ ਕਿਰਪਾ ਕਰੋ ਅਤੇ ਮੇਰੀ ਪੁੱਤਰ ਪ੍ਰਾਪਤੀ ਦੀ ਇੱਛਾ ਪੂਰੀ ਕਰ ਦਿਓ। ਜਸ ਸੁਣ ਚੱਲੀ ਦੂਰ ਤੇ ਆਈ, ਤੁਮ ਸਮਰੱਥ ਕੀ ਮੈਂ ਸ਼ਰਨ ਆਈ। ਹੱਥ ਜੋੜ ਕੇ ਕਹਿੰਦੀ, ਸਤਿਗੁਰੂ ਤੁਸੀਂ ਸਰਬ ਕਲਾ ਸਮਰੱਥ ਹੋ, ਮੈਂ ਆਪ ਜੀ ਦੀ ਵਡਿਆਈ ਸੁਣ ਕੇ ਬੜੀ ਦੂਰੋਂ ਚੱਲ ਕੇ ਆਈ ਹਾਂ, ਅਤੇ ਆਪ ਜੀ ਕਿਰਪਾ ਕਰੋ ਮੇਰੀ ਝੋਲੀ ਵਿੱਚ ਪੁੱਤਰ ਦੀ ਦਾਤ ਪਾ ਦਿਓ। ਮੁਸਕਾਵਤ ਸਤਿਗੁਰ ਤਬ ਪਿਖਿਓ, ਤੋਹੇ ਭਾਗ ਮੈਨੇ ਸੁਤ ਲਿਖਿਓ। ਹੱਥ ਸਤਿਗੁਰੂ ਜੀ ਨੇ ਉਸ ਮਾਈ ਦੇ ਚਿਹਰੇ ਵੱਲ ਤੱਕਿਆ, ਮੁਸਕਰਾ ਕੇ ਸਤਿਗੁਰੂ ਕਹਿਣ ਲੱਗੇ, ਮਾਂ ਤੇਰੀ ਕਿਸਮਤ ਦੇ ਵਿੱਚ ਪੁੱਤਰ ਨਹੀਂ ਲਿਖਿਆ, ਤੇਰੇ ਭਾਗਾਂ ਦੇ ਵਿੱਚ ਪੁੱਤਰ ਪ੍ਰਾਪਤੀ ਵਾਲੇ ਲੇਖ ਨਹੀਂ ਨੇ, ਤੈਨੂੰ ਪੁੱਤਰ ਦੀ ਦਾਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਬ ਤੇਰੇ ਅਵਸਰ ਪਾਇਓ ਨੀਕਾ, ਚੱਲ ਆਗੇ ਹੋਏ ਪ੍ਰਭੂ ਨਜੀਕਾ। ਉਹ ਔਰਤ ਉਹ ਮਾਈ, ਉਹਨੂੰ ਮੌਕਾ ਮਿਲ ਗਿਆ, ਉਹ ਤੇ ਉਡੀਕਦੀ ਸੀ ਸਤਿਗੁਰੂ ਇਹ ਕਹਿਣ ਤੇ ਮੈਂ ਆਪਣੀ ਬੇਨਤੀ ਕਰ ਸਕਾਂ। ਉਸ ਵੇਲੇ ਉਸ ਮਾਈ ਦੇਸਾਂ ਨੇ ਜਾਂ ਕਈਆਂ ਨੇ ਮਾਈ ਸੁਲੱਖਣੀ ਲਿਖਿਆ ਰੋ ਵਿਚਾਰ, ਉਹਨੇ ਮੌਕਾ ਵੇਖ ਲਿਆ, ਸਤਿਗੁਰੂ ਜੀ ਦੇ ਅੱਗੇ ਹੋ ਕੇ ਥੋੜ੍ਹਾ ਜਿਹਾ ਨੇੜੇ ਹੋ ਕੇ ਨਾ, ਅਤੇ ਸਤਿਗੁਰੂ ਜੀ ਨੂੰ ਕਹਿੰਦੀ ਹੈ ਕਿ ਕਰ ਮੈਂ ਲੀਏ ਕਲਮ ਰੁਸ਼ਨਾਈ, ਭਣੀ ਬਿਨੈ ਸੋ ਕਰ ਅਗਵਾਈ। ਹੱਥ ਵਿੱਚ ਕਲਮ ਤੇ ਦਵਾਤ ਲਈ, ਸਿਆਹੀ ਵਾਲੀ ਦਵਾਤ ਅੱਗੇ ਕਰਕੇ ਕਲਮ ਸਤਿਗੁਰੂ ਜੀ ਨੂੰ ਫੜਾ ਕੇ ਕਹਿਣ ਲੱਗੀ, ਸਤਿਗੁਰੂ ਜੀ ਇਹਦੇ ਉੱਤੇ ਲਿਖਣਕਾਰ ਹੋ ਰਾਵਰ, ਜੇ ਨਾ ਲਿਖੇ ਇਮ ਸੇ ਨਰ ਬਾਵਰ। ਹੇ ਗਰੀਬ ਨਿਮਾਜ ਸਤਿਗੁਰੂ, ਤੁਸੀਂਓ ਹੀ ਇੱਥੇ ਤੇ ਉੱਥੇ ਸਭ ਥਾਂ ਹੀ ਲਿਖਣਹਾਰੇ ਤੁਸੀਂ ਹੋ, ਤੁਸੀਂਓ ਹੀ ਸਾਰਿਆਂ ਦੇ ਲੇਖ ਲਿਖਦੇ ਹੋ। ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਉਹ ਤੇ ਕਮਲੇ ਨੇ। ਮਾਈ ਸੁਰੱਖਣੀ ਉਹ ਮਾਈ ਦੇਸਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ, ਉਹ ਮਾਂ ਕਹਿਣ ਲੱਗੀ, ਸਤਿਗੁਰੂ ਜਿਨ੍ਹਾਂ ਨੂੰ ਆਪ ਜੀ 'ਤੇ ਸ਼ੰਕਾ ਹੈ ਨਾ ਕਿ ਸਤਿਗੁਰੂ ਹੋਰ ਹੈ ਅਤੇ ਪ੍ਰਮਾਤਮਾ ਕੋਈ ਹੋਰ ਹੈ, ਉਹ ਕਮਲੇ ਨੇ ਉਹ ਲੋਕ। ਇਸ ਲੋਕ ਵਿੱਚ ਵੀ ਤੁਸੀਂ ਲਿਖਣ ਵਾਲੇ ਹੋ, ਪਰ ਲੋਕ ਵਿੱਚ ਦਰਗਾਹ ਵਿੱਚ ਵੀ ਲਿਖਣ ਵਾਲੇ ਤੁਸੀਂ ਹੋ। ਸਤਿਗੁਰੂ ਜੀ ਤਹਿ ਨਾ ਲਿਖਿਓ ਆਪਣੇ ਜੇਈ, ਕਿਰਪਾ ਧਾਰ ਅਬ ਲਿਖ ਦਿਓ ਸੇਈ। ਹੇ ਗਰੀਬ ਨਿਮਾਜ ਸਤਿਗੁਰੂ, ਜੇਕਰ ਆਪ ਜੀ ਨੇ ਉੱਥੇ ਮੇਰੇ ਮਸਤਕ ਦੇ ਵਿੱਚ, ਮੇਰੀ ਕਿਸਮਤ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਲਿਖੀ, ਤੇ ਸਤਿਗੁਰੂ ਕਿਰਪਾ ਕਰਕੇ ਹੁਣ ਲਿਖ ਦਿਓ। ਬਿਕਸੇ ਪ੍ਰਭੂ ਜੁਗਤ ਕੋ ਜਾਨਾ, ਹੋਏ ਸੁਤ ਤੇਰੇ ਬਾਕ ਬਖਾਨਾ। ਗਰੀਬ ਨਿਵਾਜ ਸਤਿਗੁਰੂ ਨੇ ਜਦੋਂ ਉਸ ਮਾਈ ਦੇ ਕੋਲੋਂ ਇਹ ਗੱਲ ਸੁਣੀ ਨਾ ਕਿ ਸਤਿਗੁਰੂ ਤੁਸੀਂ ਹੀ ਲਿਖਣ ਹਾਰੇ ਹੋ, ਜੇ ਉੱਥੇ ਨਹੀਂ ਲਿਖੇ ਤੇ ਹੁਣ ਲਿਖ ਦਿਓ, ਤੇ ਗਰੀਬ ਨਿਵਾਜ ਸਤਿਗੁਰੂ ਬੜੇ ਪ੍ਰਸੰਨ ਹੋ ਗਏ। ਸਤਿਗੁਰੂ ਸਮਝ ਗਏ ਕਿ ਮਾਈ ਨੂੰ ਜੁਗਤ ਦੱਸਤੀ ਕਿਸੇ ਨੇ, ਤਰੀਕਾ ਦੱਸਤਾ ਮੰਗਣ ਦਾ, ਤੇ ਗਰੀਬ ਨਿਵਾਜ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਮਾਂ ਤੇਰੇ ਘਰ ਪੁੱਤਰ ਜ਼ਰੂਰ ਹੋਵੇਗਾ। ਸੁਣ ਦੇਸਾ ਕਹਿ ਦਿਓ ਪ੍ਰਤੀਤ, ਲਿਖੋ ਗੁਰੂ ਤਬ ਹੋਏ ਤੇ ਰਚੀਤ। ਤੇ ਮਾਈ ਦੇਸਾ ਹੱਥ ਜੋੜ ਕੇ ਕਹਿਣ ਲੱਗੀ, ਸਤਿਗੁਰੂ ਆਪ ਜੀ ਕਿਰਪਾ ਕਰੋ, ਮੈਨੂੰ ਆਪ 'ਤੇ ਭਰੋਸਾ ਹੈ ਕਿ ਮੇਰੇ ਘਰ ਪੁੱਤਰ ਦੀ ਦਾਤ ਜ਼ਰੂਰ ਮਿਲੇਗੀ, ਪਰ ਆਪ ਜੀ ਕਿਰਪਾ ਕਰਕੇ ਮੇਰੇ ਮਸਤਕ 'ਤੇ ਵੀ ਲਿਖ ਦਿਓ ਕਿ ਮਾਈ ਦੇਸਾਂ ਨੂੰ ਪੁੱਤਰ ਦੀ ਦਾਤ ਮਿਲੇ। ਜਿਹੜੇ ਲੇਖ ਦਰਗਾਹੋਂ ਨਹੀਂ ਲਿਖ ਸਕੇ, ਕਿਰਪਾ ਕਰਕੇ ਆ ਕਲਮ ਲਓ, ਸਿਆਹੀ ਲਓ, ਅਤੇ ਮੇਰੇ ਮਸਤਕ 'ਤੇ ਪੁੱਤਰ ਵਾਲੇ ਕਰਮ ਲਿਖ ਦਿਓ, ਪੁੱਤਰ ਦੀ ਦਾਤ ਮੇਰੇ ਭਾਗਾਂ ਵਿੱਚ ਲਿਖ ਦਿਓ। ਕਰਨ ਇਕਾਂਗ ਚਾਹਿਓ ਕਰ ਹਾਲਾ, ਭੇ ਮਸਾਤਾ ਲਿਖਿਓ ਗਇਓ ਤਿਸ ਕਾਲਾ। ਮਾਈ ਦੇਸਾਂ ਦੀ ਗੱਲ ਸੁਣ ਕੇ ਗਰੀਬ ਨਿਵਾਜ ਸਤਿਗੁਰੂ ਨੇ ਕਲਮ ਹੱਥ ਵਿੱਚ ਫੜੀ, ਘੋੜੇ ਨੂੰ ਥੋੜ੍ਹਾ ਜਿਹਾ ਹੋਰ ਮਾਈ ਦੇ ਨੇੜੇ ਕੀਤਾ, ਅਤੇ ਸਤਿਗੁਰੂ ਜੀ ਏਕਾ ਲਿਖਣ ਲੱਗੇ, ਪਰ ਸਤਿਗੁਰੂ ਜੀ ਨੇ ਸਾਤਾ ਲਿਖ ਦਿੱਤਾ। ਔਰ ਉਸ ਵਕਤ ਚਲੋ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਘੋੜੇ ਦਾ ਪੈਰ ਹਿੱਲਿਆ। ਜਦੋਂ ਘੋੜਾ ਹਿੱਲਦਾ ਅਤੇ ਸਤਿਗੁਰੂ ਜੀ ਦਾ ਲਿਖਣ ਲੱਗਿਆ ਹੱਥ ਹਿੱਲ ਗਿਆ, ਅਤੇ ਏਕੇ ਦੀ ਥਾਂ ਸਾਤਾ ਲਿਖਿਆ ਗਿਆ। ਵਜ੍ਹਾ ਕੋਈ ਵੀ ਹੋਵੇ,
ਪਰ ਗਰੀਬ ਨਿਵਾਜ ਸਤਿਗੁਰੂ ਨੇ ਉਸ ਮਾਈ ਨੂੰ 7 ਪੁੱਤਰ ਬਖਸ਼ਿਸ਼ ਕਰ ਦਿੱਤੇ। ਇੱਕ ਸੁਤ ਦੇਹੋ ਗਹੀ ਸ਼ਰਨਾਈ, ਅੰਕ ਸੁਪਤ ਪੇ ਭਾ ਹਰਖਾ ਬਰਿਆਈ। ਵੇਖੋ ਸਤਿਗੁਰੂ ਕਹਿਣ ਲੱਗੇ, ਹੇ ਮਾਂ, ਤੂੰ ਇੱਕ ਪੁੱਤਰ ਦੀ ਦਾਤ ਲੈਣ ਵਾਸਤੇ ਸਾਡੀ ਸ਼ਰਨ ਵਿੱਚ ਆਈ ਸੀ ਨਾ। ਗੁਰੂ ਨਾਨਕ ਦੇ ਘਰ ਇੱਕ ਪੁੱਤਰ ਦੀ ਦਾਤ ਮੰਗਣ ਆਈ ਸੀ। ਆ ਵੇਖ ਗੁਰੂ ਨਾਨਕ ਦੇ ਘਰ ਦੀ ਬਰਕਤ, ਤੈਨੂੰ 7 ਪੁੱਤਰ ਗੁਰੂ ਨਾਨਕ ਨੇ ਬਖਸ਼ਿਸ਼ ਕਰ ਦਿੱਤੇ ਨੇ। ਅਬ ਘਰ ਜਾਹੋ ਸਪਤ ਸੁਤ ਪਾਵਹਿ, ਭਈ ਆਸ ਪੂਰੀ ਹਿਤ ਜਾਵੇਂ। ਗਰੀਬ ਨਿਵਾਜ ਸਤਿਗੁਰੂ ਕਹਿਣ ਲੱਗੇ, ਮਾਂ ਹੁਣ ਪ੍ਰਸੰਨ ਹੋ ਕੇ ਆਪਣੇ ਘਰ ਚਲੀ ਜਾ, ਤੇ ਆਪਣੇ ਘਰ 7 ਪੁੱਤਰ ਤੈਨੂੰ ਪਰਮਾਤਮਾ ਬਖਸ਼ਿਸ਼ ਕਰੇਗਾ, ਤੇ ਆਪਣੇ ਪੁੱਤਰਾਂ ਦੀ ਪ੍ਰਾਪਤੀ ਕਰਕੇ ਪ੍ਰਸੰਨਤਾ ਪ੍ਰਾਪਤ ਕਰੀ। ਤੇਰੇ ਮਨ ਦੀ ਇੱਛਾ ਪੂਰੀ ਹੋ ਗਈ ਹੈ। ਸਾਧ ਸੰਗਤ ਸਭ ਕੁਝ ਕਰਨ ਕਾਰਨ ਗਰੀਬ ਨਿਵਾਜ ਸਤਿਗੁਰੂ ਆਪ ਨੇ। ਜੋ ਚਾਹਣ ਸਤਿਗੁਰੂ ਕਰ ਸਕਦੇ ਨੇ। ਸਤਿਗੁਰੂ ਸਰਬ ਕਲਾ ਸਮਰੱਥ ਨੇ। ਕਹਿੰਦੇ ਸੁਣ ਦੇਸਾਂ ਔਰ ਆਨੰਦ ਬਿਲੰਦ, ਧੰਨ ਗੁਰੂ ਕੈ ਨਵੇਂ ਸੁਬੰਧ। ਜਦੋਂ ਸਤਿਗੁਰੂ ਨੇ ਬਚਨ ਕਹਿ ਦਿੱਤੇ ਨਾ ਕਿ ਮਾਂ ਤੈਨੂੰ 7 ਪੁੱਤਰ ਪ੍ਰਾਪਤ ਹੋਣਗੇ, ਤੇਰੇ ਮਨ ਦੀ ਇੱਛਾ ਪੂਰੀ ਹੋਈ ਹੈ, ਉਸ ਵੇਲੇ ਕਹਿੰਦੇ ਉਹ ਮਾਈ ਬਹੁਤ ਪ੍ਰਸੰਨ ਹੋਈ, ਬੜੀ ਆਨੰਦਿਤ ਹੋਈ। ਧੰਨ ਗੁਰੂ ਕਹਿੰਦੀ, ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੀ ਨਹੀਂ ਥੱਕਦੀ। ਤੇ ਲੇਕਰ ਬਰ ਕੋ ਘਰੇ ਸਿਧਾਰੀ, ਜੈ ਕਹਿ ਕਿਤ ਵਿਸਤਾਰੀ। ਕਹਿੰਦੇ ਉਹ ਫਿਰ ਮਾਈ ਗੁਰੂ ਜੀ ਦੇ ਕੋਲੋਂ ਬਖਸ਼ਿਸ਼ ਲੈ ਕੇ ਘਰ ਨੂੰ ਤੁਰੀ ਹੈ। ਜਿੱਥੇ ਕਿੱਥੇ ਰਸਤੇ ਦੇ ਵਿੱਚ ਕੋਈ ਮਿਲਦਾ ਉਹਨੂੰ ਗੁਰੂ ਘਰ ਦਾ ਜਸ ਦੱਸਦੀ ਹੈ, ਗੁਰੂ ਘਰ ਦੀ ਵਡਿਆਈ ਕਰਦੀ ਹੈ, ਮਹਿਮਾ ਕਰਦੀ ਹੈ, ਗੁਰੂ ਘਰ ਦੀ ਉਸਤਤ ਕਰਦੀ ਨਹੀਂ ਥੱਕਦੀ ਕਿ ਸਤਿਗੁਰੂ ਨੇ ਮੈਨੂੰ 7 ਪੁੱਤਰਾਂ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਸਮਾਂ ਆਇਆ, ਸੱਚਮੁੱਚ ਗੁਰੂ ਸਾਹਿਬ ਦੀ ਦਇਆ ਦੇ ਨਾਲ ਇਸ ਮਾਈ ਦੇ ਘਰ 7 ਪੁੱਤਰ ਪੈਦਾ ਹੋਏ। 7 ਪੁੱਤਰਾਂ ਦੀ ਪ੍ਰਾਪਤੀ ਕਰਕੇ ਮਾਈ ਪ੍ਰਸੰਨ ਹੋਈ ਹੈ। ਸੋ ਸ੍ਰੀ ਹਰਿ ਗੋਬਿੰਦ ਚੰਦ ਬਿਲੰਦੇ, ਗਏ ਅਖੇਰ ਬ੍ਰਿਤੀ ਆਨੰਦੇ। ਸੋ ਇਸ ਤਰ੍ਹਾਂ ਗਰੀਬ ਨਿਵਾਜ ਸਤਿਗੁਰੂ ਉਸ ਮਾਈ ਨੂੰ ਆਨੰਦਿਤ ਕਰਕੇ ਪ੍ਰਸੰਨ ਚਿੱਤ ਸ਼ਿਕਾਰ ਖੇਡਣ ਗਏ ਨੇ। ਸੋ ਉਬਟ ਜਿਤ ਦਿਸ਼ ਘਣੀ ਨਿਹਾਰੀ, ਗਈ ਤਾਹਾਂ ਪ੍ਰਭ ਕੀ ਸਵਾਰੀ। ਸੋ ਇਸ ਤਰ੍ਹਾਂ ਕਹਿੰਦੇ ਜੰਗਲ ਦੇ ਵਿੱਚ ਸਤਿਗੁਰੂ ਜੀ ਨੇ ਫਿਰ ਸ਼ਿਕਾਰ ਖੇਡਿਆ। ਉਸ ਮਾਈ ਨੂੰ 7 ਪੁੱਤਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ। ਧੰਨ